ਤੁਧ ਡਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦ ਜਿਸ ਪਾਸ ਬੈਠਿਆ ਸੋਹੀਐ, ਸਭਨਾਂ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੂਜਰੀ ਵਾਰ ਮਹੱਲਾ ਪੰਜਵਾਂ। ਇਕ ਓੰਕਾਰ ਸਤ ਗੁਰ ਪ੍ਰਸਾਦ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ। ਨਿਤਰੇ ਸਤਿਗੁਰ ਪੇਖਣਾ, ਸ਼੍ਰਵਣੀ ਸੁਰਣਾ ਗੁਰ ਨਾਉ। ਅੰਤ ਗੁਰ ਅਰਾਧਨਾ, ਜਿਹਵਾ ਜਪ ਗੁਰ ਨਾਉ। ਨਿਤਰੇ ਸਤਿਗੁਰ ਪੇਖਣਾ, ਸ਼੍ਰਵਣੀ ਸੁਰਣਾ ਗੁਰ ਨਾਉ। ਸਤਿਗੁਰ ਸੇਤੀ ਰਤਿਆ, ਦਰਗਹ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ, ਜਿਸਨੂੰ ਇਹ ਵਸ ਦੇ। ਜਗ ਮਹਿ ਉਤਮ ਕਾਢੀਐ, ਵਿਰਲੇ ਕੇਈ ਕੇ। ਮਹੱਲਾ ਪੰਜਵਾਂ। ਰੱਖੇ ਰਖਣ ਹਾਰ, ਆਪ ਬਾਰਿਆਨ। ਗੁਰ ਕੀ ਪੈਰੀ ਪਾਏ, ਕਾਜ ਸਵਾਰਿਆਨ। ਹੋਆ ਆਪ ਦਇਆਲ, ਮਨਹੁ ਨਾਮ ਵਿਸਾਰਿਆਨ। ਸਾਧ ਜਨਾਂ ਕੈ ਸੰਗ, ਭਵ ਜਲ ਤਾਰਿਆਨ। ਸਾਕਤ ਨਿੰਦਕ ਦੁਸ਼ਟ, ਕਿਨ ਮਾਹੇ ਬਿਧਾਰਿਆਨ। ਤਿਸ ਸਾਹਿਬ ਕੀ ਟੇਕ, ਨਾਨਕ ਮਨ ਮਾਹੇ। ਜਿਸ ਸਿਮਰਤ ਸੁਖ ਹੋਏ, ਸਗਲੇ ਦੁਖ ਜਾਏ। ਪੌੜੀ। ਅਕੁਲ ਨਿਰੰਜਨ ਪੁਰਖ, ਅਗਮ ਅਪਾਰੀਐ। ਸੱਚੋ ਸੱਚਾ ਸੱਚ, ਸੱਚ ਨਿਹਾਰੀਐ। ਕੂੜ ਨ ਜਾਪੈ ਕਿਛ, ਤੇਰੀ ਧਾਰੀਐ। ਸਭ ਸਹਿ ਦੇ ਦਾਤਾਰ, ਜੇ ਤੂੰ ਅਪਾਰੀਐ। ਇਕਤ ਸੂਤ ਪਰੋਏ, ਜੋਤ ਸੰਜਾਰੀਐ। ਹੁਕਮੈ ਭਵ ਜਲ ਮੰਜ, ਹੁਕਮੈ ਤਾਰੀਐ। ਪ੍ਰਭ ਜੀਉ ਤੁਧ ਧਿਆਏ, ਸੋਇ ਜਿਸ ਭਾਗਮ ਥਾਰੀਐ। ਤੇਰੀ ਗਤ ਮੈਂ ਤਲਖੀ ਨਾ ਜਾਏ, ਹਉ ਤੁਧ ਬਲ ਹਾਰੀਐ।
ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗਮ ਥਾਰੀਐ। ਤੇਰੀ ਗਤ ਮੈਂ ਤਲਖੀ ਨਾ ਜਾਏ ਓ ਤੁਧ ਬਲਹਾਰੀਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧਾਨ ਅਨਾਥ ਨਾਥ ਜਗਤ ਗੁਰੂ। ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ। ਗੁਰਬਾਣੀ ਸੁਨਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਦਇਆ ਨਿਧ ਅੰਤਰਯਾਮੀ ਸਤਿਗੁਰਾਂ ਦੇ ਪਾਵਨ ਪਵਿੱਤਰ ਚਰਨ ਕਮਲਾਂ 'ਚ ਸਜੇ ਹੋਏ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਇਕੱਤਰ ਹੋਈ ਜੁੜ ਬੈਠੀ ਗੁਰੂ ਸਵਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਾਹਿਬ ਨੌਵੇਂ ਪਾਤਸ਼ਾਹ ਦੇ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰ ਕੇ ਪਾਤਸ਼ਾਹ ਦੀ ਅੰਮ੍ਰਿਤਮਈ ਗੁਰਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਬਹੁਤ ਹੀ ਅਦਬ ਸਤਿਕਾਰ ਸ਼ਰਧਾ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਕੀਰਤਨ ਤੋਂ ਉਪਰੰਤ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਜੋ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਹਨ, ਵਿਚਾਰਨ ਵਾਸਤੇ ਆਪਾਂ ਸਾਰੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਨੇ ਅੱਜ ਦੇ ਅੰਮ੍ਰਿਤ ਵਾਕ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਰਚਨਹਾਰ ਸਤਿਗੁਰੂ ਧਰਨ ਗਗਨ ਨਭ ਖੰਡ ਮੈਂ ਜੋਤ ਸਵਰੂਪੀ ਰਹਿਓ ਭਾਰ। ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਾਰ। ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤਨਾਥ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣਾ ਧਿਆਨ ਕੇਂਦਰਿਤ ਕਰਦੇ ਹੋਇਆਂ ਆਪਣੇ ਜੀਵਨ ਔਰ ਰਸਨਾ ਦੇ ਕਲਿਆਣ ਨਿਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਵਾਰ ਮਹੱਲਾ ਪੰਜਵਾਂ। ਇਕ ਓੰਕਾਰ ਸਤਿਗੁਰ ਪ੍ਰਸਾਦ। ਗੋਜਰੀ ਰਾਗ ਦੀ ਇਹ ਪਵਿੱਤਰ ਵਾਰ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਉਚਾਰਨ ਕੀਤੀ ਹੈ। ਗੁਜਰੀ ਰਾਗ ਵਿੱਚ 2 ਵਾਰਾਂ ਨੇ। ਇਹ ਦੂਸਰੀ ਵਾਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਨੇ ਉਚਾਰਨ ਕੀਤੀ ਹੈ। ਮੰਗਲਾਚਰਨ ਕੀਤਾ ਅਕਾਲ ਪੁਰਖ ਇੱਕ ਹੈ ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਸਤ ਦਾ ਉਪਦੇਸ਼ ਦੇਣ ਵਾਲੇ ਗੁਰੂ ਦੀ ਕਿਰਪਾ ਦੁਆਰਾ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਇਹ ਮੰਗਲਾਚਰਨ ਕਰਕੇ ਗੁਰਦੇਵ ਜੀ ਪਾਵਨ ਵਾਰ ਦੀ ਆਰੰਭਤਾ ਕਰਦੇ ਹਨ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਅਰਾਧਨਾ ਜਿਹਵਾ ਜਪ ਗੁਰ ਨਾਮ। ਇਹ ਗੁਰਸਿੱਖ ਦੀ ਅਵਸਥਾ ਹੈ। ਜਿਹੜਾ ਗੁਰਸਿੱਖ ਹੈ ਉਹ ਆਪਣੇ ਹਿਰਦੇ ਵਿੱਚ ਆਪਣੇ ਗੁਰੂ ਦੀ ਆਰਾਧਨਾ ਕਰਦਾ। ਗੁਰਸਿੱਖ ਨੂੰ ਵਿਖਾਵਾ ਕਰਨ ਦੀ ਜ਼ਰੂਰਤ ਨਹੀਂ ਹੈ, ਨਾ ਹੀ ਗੁਰਸਿੱਖ ਵਿਖਾਵਾ ਕਰਨ ਵਿੱਚ ਯਕੀਨ ਰੱਖਦਾ ਹੈ। ਆਪਣਾ ਆਪ ਸਵਾਰਨ ਦਾ ਯਤਨ ਕਰਦਾ।
ਹਰ ਇੱਕ ਪ੍ਰਾਣੀ ਮਾਤਰ ਜੇ ਕਿਤੇ ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝ ਲਵੇ ਕਿ ਮੈਂ ਆਪਣਾ ਆਪ ਸਵਾਰਨਾ ਹੈ, ਆਪਣੇ ਜੀਵਨ ਨੂੰ ਸਹੀ ਤਰੀਕੇ ਦੇ ਨਾਲ ਗੁਰਮਤਿ ਦੇ ਸੰਚੇ ਵਿੱਚ ਢਾਲ ਕੇ ਬਤੀਤ ਕਰਨਾ ਹੈ, ਤਾਂ ਸਾਰੇ ਜਗਤ ਦਾ ਸੁਧਾਰ ਹੋ ਸਕਦਾ। ਸਮੱਸਿਆ ਉਦੋਂ ਖੜੀ ਹੁੰਦੀ ਹੈ ਕਿ ਆਪ ਰੱਜ ਕੇ ਚੋਟੀ ਦਾ ਬਦਮਾਸ਼ ਵਿਅਕਤੀ ਦੁਨੀਆ ਨੂੰ ਸੰਤਗਿਰੀ ਦਾ ਉਪਦੇਸ਼ ਦਿੰਦਾ ਹੁੰਦਾ। ਆਪ ਚੋਟੀ ਦਾ ਵਿਸ਼ਈ ਤੇ ਵਿਕਾਰੀ ਮਨੁੱਖ ਦੁਨੀਆ ਦੇ ਲੋਕਾਂ ਨੂੰ ਵਿਕਾਰ ਤਿਆਗਣ ਦੀ ਗੱਲ ਕਹਿ ਰਿਹਾ ਹੁੰਦਾ। ਆਪ ਰੱਜ ਕੇ ਝੂਠ ਤੇ ਕੂੜ ਦਾ ਆਸਰਾ ਲੈਣ ਵਾਲਾ ਮਨੁੱਖ ਦੂਸਰਿਆਂ ਨੂੰ ਸੱਚ ਬੋਲਣ ਤੇ ਸੱਚ ਕਹਿਣ ਦਾ ਉਪਦੇਸ਼ ਦੇ ਰਿਹਾ ਹੁੰਦਾ। ਉੱਥੇ ਆ ਕੇ ਸਮੱਸਿਆ, ਜੇ ਹਰ ਇੱਕ ਪ੍ਰਾਣੀ ਮਾਤਰ ਆਪਣੇ ਆਪ ਤੋਂ ਸ਼ੁਰੂਆਤ ਕਰੇ ਕਿ ਮੈਂ ਆਪਣਾ ਆਪ ਸਵਾਰਨਾ, ਇਹ ਕੋਈ ਸਵਾਰਥ ਨਹੀਂ ਹੈ ਕਿ ਲੋਕ ਆਖਣ ਵੀ ਇਹ ਤਾਂ ਸਵਾਰਥੀ ਹੈ, ਸਵਾਰਥ ਨਹੀਂ ਹੈ। ਜਦੋਂ ਹਰ ਇੱਕ ਪ੍ਰਾਣੀ ਮਾਤਰ ਆਪਣੇ ਆਪ ਤੋਂ ਸ਼ੁਰੂਆਤ ਕਰੇਗਾ ਆਪਣੇ ਆਪ ਨੂੰ ਸਵਾਰਨ ਦਾ, ਤਾਂ ਉਸ ਦਾ ਜੀਵਨ ਹੀ ਇੱਕ ਐਸਾ ਪ੍ਰਚਾਰਕ ਬਣ ਜਾਏਗਾ, ਉਸ ਦਾ ਜੀਵਨ ਹੀ ਇੱਕ ਐਸਾ ਪ੍ਰੇਰਣਾਦਾਇਕ ਬਣ ਜਾਏਗਾ ਕਿ ਉਸ ਨੂੰ ਵੇਖਣ ਵਾਲੇ ਆਪੇ ਕਹਿਣਗੇ ਕਿ ਇਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ। ਜਗਤ ਗੁਰੂ ਬਾਬਾ ਜੀ ਸੰਸਾਰ ਦੇ ਜਿਸ ਵੀ ਕੋਨੇ 'ਚ ਗਏ ਨੇ, ਕਿਸੇ ਵੀ ਪ੍ਰਾਣੀ ਨੂੰ ਜਾ ਕੇ ਨਹੀਂ ਕਿਹਾ ਕਿ ਤੁਸੀਂ ਸਾਡੀ ਸਿੱਖੀ ਧਾਰਨ ਕਰੋ, ਸਾਡੇ ਸਿੱਖ ਬਣੋ। ਸਾਹਿਬ ਦੇ ਜੀਵਨ ਨੂੰ, ਗੁਰਦੇਵ ਦੇ ਕਿਰਦਾਰ ਨੂੰ, ਗੁਰਦੇਵ ਦੇ ਮਹਾਨ ਗਿਆਨ ਨੂੰ ਵੇਖਦਿਆਂ ਕੌਡੇ ਵਰਗੇ ਰਾਖਸ਼ਾਂ ਨੇ ਵੀ ਮਹਾਰਾਜ ਜੀ ਦੇ ਚਰਨਾਂ 'ਚ ਨਮਸਕਾਰ ਕਰਕੇ ਕਿਹਾ, ਮਹਾਰਾਜ ਸਾਨੂੰ ਆਪਣਾ ਸਿੱਖ ਬਣਾ ਲਓ। ਤੋ ਸਿੱਖ ਦਾ ਜੀਵਨ ਐਸਾ ਹੋਣਾ ਚਾਹੀਦਾ, ਵਿਖਾਵਾ ਨਹੀਂ। ਗੁਰਸਿੱਖ ਆਪਣੇ ਅੰਦਰ ਆਪਣੇ ਗੁਰੂ ਦੀ ਆਰਾਧਨਾ ਕਰਦਾ। ਹਰ ਇੱਕ ਗੁਰਸਿੱਖ ਨੂੰ ਇਹੀ ਕਰਨਾ ਚਾਹੀਦਾ, ਆਪਣੇ ਅੰਤਸ਼ਕਰਨ ਵਿੱਚ ਆਪਣੇ ਗੁਰੂ ਦਾ ਚਿੰਤਨ, ਆਪਣੇ ਗੁਰੂ ਦੀ ਆਰਾਧਨਾ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋ। ਆਪਣੇ ਗੁਰੂ ਦਾ ਚਿੰਤਨ। ਵਾਹਿਗੁਰੂ 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 ਹਿਰਦੇ ਵਿੱਚ, ਇਹਨੂੰ ਕਹਿੰਦੇ ਆ ਗੁਰੂ ਨੂੰ ਆਪਣੇ ਹਿਰਦੇ ਵਿੱਚ ਅੰਦਰੋਂ ਆਰਾਧਨਾ। ਜਦੋਂ ਸੁਰਤ ਟਿਕੀ ਹੋਵੇ, ਜਦੋਂ ਮਨ ਟਿਕਿਆ ਹੋਵੇ, ਅੰਦਰੋਂ ਗੁਰੂ ਨੂੰ ਆਰਾਧਨਾ। ਕੇਵਲ ਅੰਦਰੋਂ ਹੀ ਨਹੀਂ, ਜਿਹਵਾ ਜਪ ਗੁਰ ਨਾਉ, ਰਸਨਾ ਦੁਆਰਾ ਵੀ, ਜ਼ੁਬਾਨ ਦੁਆਰਾ ਵੀ ਆਪਣੇ ਸਾਹਿਬ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ। ਗੁਰਮੁਖ ਜਪਦੇ ਨੇ, ਉਹ ਰਸਨਾ ਦੁਆਰਾ ਵੀ ਗੁਰੂ ਗੁਰੂ ਜਪਦੇ ਨੇ। ਹਿਰਦੇ ਵਿੱਚ ਵੀ ਉਹਨਾਂ ਦੇ ਗੁਰੂ ਹੈ, ਰਸਨਾ ਤੇ ਵੀ ਗੁਰੂ ਹੈ। ਅਕਸਰ ਆਮ ਲੋਕਾਂ ਦੀ ਜ਼ੁਬਾਨ ਤੇ ਗੁਰੂ ਗੁਰੂ ਹੋਵੇਗਾ, ਪਰ ਹਿਰਦੇ 'ਚ ਕੁਝ ਹੋਰ ਹੁੰਦਾ। ਇਸ ਕਰਕੇ ਉਹਨਾਂ ਦੇ ਹਿਰਦੇ ਵਿੱਚ ਜੋ ਗੁਰੂ ਦਾ ਚਿੰਤਨ ਹੈ, ਉਹੀ ਗੁਰੂ ਦਾ ਜਾਪ ਉਹਨਾਂ ਦੀ ਰਸਨਾ ਤੇ ਵੀ। ਅੰਤਰ ਗੁਰ ਆਰਾਧਨਾ, ਜਿਹਵਾ ਜਪ, ਉਹ ਜ਼ੁਬਾਨ ਨਾਲ ਵੀ ਰਸਨਾ ਨਾਲ ਵੀ ਆਪਣੇ ਸਾਹਿਬ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਐਸਾ ਕੋਈ ਤਰੀਕਾ ਨਹੀਂ ਕਿ ਨਾਮ ਸਿੱਧਾ ਤੁਹਾਡੇ ਹਿਰਦੇ 'ਚ ਅੰਦਰੋਂ ਉਤਪੰਨ ਹੋ ਜਾਣਾ। ਇਹੀ ਇੱਕ ਪ੍ਰਕਾਰ ਹੈ, ਰਸਨਾ ਦੁਆਰਾ ਜਪਦਿਆਂ ਜਪਦਿਆਂ ਹੀ ਗੁਰਮੰਤਰ ਨੇ ਹਿਰਦੇ 'ਚ ਉਤਰਨਾ। ਰਸਨਾ ਨਾਲ ਜਪਦਿਆਂ 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 ਜਦੋਂ ਹਿਰਦੇ ਵਿੱਚ ਮੰਤਰ ਉਤਰਦਾ ਹੈ, ਰਸਨਾ ਤੋਂ ਕੰਠ ਤੱਕ ਆਉਂਦਾ ਹੈ, ਕੰਠ ਤੋਂ ਹਿਰਦੇ ਤੱਕ, ਹਿਰਦੇ ਤੋਂ ਨਾਭੀ ਤੱਕ, ਉਸ ਤੋਂ ਪਰੇ ਪਰਾ ਬ੍ਰਹਮ ਵਾਹਿਗੁਰੂ ਪਰਮੇਸ਼ਰ ਵਿੱਚ ਜਾ ਕੇ ਅਭੇਦਤਾ ਹੁੰਦੀ। ਤੋ ਇਸ ਪ੍ਰਕਾਰ ਨਾਲ ਗੁਰ ਮੰਤਰ ਦਾ ਅਭਿਆਸ ਪਹਿਲਾਂ ਰਸਨਾ ਨਾਲ ਹੀ ਕਰਨਾ ਪੈਂਦਾ। ਸ਼ੁਰੂਆਤੀ ਤਰੀਕਾ ਇਹੀ ਹੈ। ਜਦੋਂ ਯਾਦ ਆਵੇ ਉਦੋਂ ਹੀ ਰਸਨਾ ਦੁਆਰਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾ ਕੁੱਚਾ ਹੋਵੇ
ਕੇਵਲ ਮੇਰੇ ਕੰਨ ਹੀ ਸੁਣਦੇ ਹੋਣ, ਨਾਲ ਖਲੋਤੇ ਕਿਸੇ ਦੂਸਰੇ ਵਿਅਕਤੀ ਨੂੰ ਨਾ ਪਤਾ ਲੱਗੇ। ਰਸਨਾ ਤੋਂ ਬੋਲੀਏ ਤੇ ਕੇਵਲ ਆਪਣੇ ਕੰਨਾਂ ਨੂੰ ਹੀ ਸੁਣਾਈ ਦੇਵੇ, ਇਤਨੀ ਕੁ ਆਵਾਜ਼, ਦੂਸਰੇ ਤੱਕ ਨਹੀਂ। ਕਿਉਂਕਿ ਭੋਜਨ ਭਜਨ ਖਜ਼ਾਨਾ ਨਾਰੀ, ਇਹ ਸਭ ਪੜਦੇ ਕੇ ਅਧਿਕਾਰੀ ਕਿਹਾ। ਭਜਨ ਭਜਨ ਜਿਹੜਾ ਉਹ ਗੁਪਤ ਹੋਵੇਗਾ ਤਾਂ ਲਾਭਦਾਇਕ ਹੋਵੇਗਾ। ਜਿਹੜਾ ਬੀਜ ਜ਼ਮੀਨ ਦੇ ਵਿੱਚ ਬੀਜੀਏ ਉਹੀ ਉਗਦਾ, ਉੱਤੇ ਪਿਆ ਰਹਿ ਜੇ ਸੁੱਕ ਸੜ ਜਾਂਦਾ। ਤੋ ਜਿਹੜਾ ਭਜਨ ਗੁਪਤ ਰੂਪ ਦੇ ਵਿੱਚ ਜਪਿਆ ਜਾਂਦਾ, ਜਿਹੜਾ ਭਜਨ ਗੁਪਤ ਰੂਪ ਵਿੱਚ ਕੀਤਾ ਜਾਂਦਾ, ਉਹੀ ਲਾਹੇ ਵਾਲਾ ਹੁੰਦਾ। ਇਸ ਕਰਕੇ ਗੁਰਸਿੱਖ ਆਪਣੀ ਰਸਨਾ ਦੁਆਰਾ ਵੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪਦੇ ਨੇ। ਹੇ ਭਾਈ, ਰਸਨਾ ਦੁਆਰਾ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਜਪੋ। ਨੇਤਰੀ ਸਤਿਗੁਰ ਪੇਖਣਾ, ਔਰ ਆਪਣੇ ਨਾਲ ਨੇਤਰਾਂ ਨਾਲ ਸਤਿਗੁਰਾਂ ਦੇ ਦਰਸ਼ਨ ਕਰਨੇ ਹਨ, ਸਤਿਗੁਰਾਂ ਦੇ ਦੀਦਾਰ ਕਰਨੇ ਹਨ। ਇਹਨਾਂ ਨੇਤਰਾਂ ਦਾ ਸੰਪੂਰਨ ਫਲ ਉਦੋਂ ਹੁੰਦਾ ਹੈ ਜਦੋਂ ਆ ਕੇ ਸਤਿਗੁਰੂ ਜੀ ਦੇ ਸਨਮੁਖ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਾਂ। ਸਮਝ ਲੈਣਾ ਕਿ ਸਾਨੂੰ ਆਪਣੇ ਨੇਤਰਾਂ ਦਾ ਸੰਪੂਰਨ ਫਲ ਪ੍ਰਾਪਤ ਹੋ ਗਿਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ, ਸਤਿਗੁਰਾਂ ਦੇ ਦਰਸ਼ਨ ਕਰਕੇ। ਅਵਸਥਾ ਇਹ ਹੋਣੀ ਚਾਹੀਦੀ ਹੈ ਕਿ ਜੇ ਇਹਨਾਂ ਨੇਤਰਾਂ ਨਾਲ ਗੁਰੂ ਦੇ ਦਰਸ਼ਨ ਨਾ ਹੋਣ ਤਾਂ ਹਿਰਦਾ ਬੇਬਲ ਹੋ ਜਾਏ, ਬੇਹਾਲ ਹੋ ਜਾਵੇ, ਬੇਹਾਲ। ਤੂੰ ਸਤਿਗੁਰੂ ਜੀ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕਰਦੇ ਹਨ। ਨੇਤਰੀ ਸਤਿਗੁਰ ਪੇਖਣਾ। ਇੰਦਰੀਆਂ ਨੇ ਜਿਹੜੀਆਂ ਸਾਡੇ ਸਰੀਰ ਦੀਆਂ, ਇਹਨਾਂ ਦੀ ਸਫਲਤਾ ਇਸੇ ਤਰ੍ਹਾਂ ਹੀ ਹੋਣੀ ਹੈ। ਨੇਤਰਾਂ ਦੁਆਰਾ ਗੁਰਮੂਰਤ ਦੇ ਦਰਸ਼ਨ, ਸਤਿਗੁਰਾਂ ਦੇ ਦਰਸ਼ਨ, ਪ੍ਰਤੱਖ ਰੂਪ ਚ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ, ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਦਰਸ਼ਨ, ਗੁਰੂ ਗ੍ਰੰਥ ਸਾਹਿਬ ਜੀ ਦੇ ਔਰ ਗੁਰੂ ਪੰਥ ਦੇ ਦਰਸ਼ਨ ਇਹਨਾਂ ਨੇਤਰਾਂ ਨਾਲ ਕਰਨੇ ਹਨ। ਤੇ ਨੇਤਰ ਸਫਲੇ ਹੋਣਗੇ, ਨੇਤਰ ਪਵਿੱਤਰ ਹੋਣਗੇ। ਔਰ ਇਸ ਪ੍ਰਕਾਰ ਨਾਲ ਕਹਿੰਦੇ ਨੇਤਰ ਪ੍ਰਵਾਨ ਹੋ ਜਾਣਗੇ। ਹਾਂਜੀ, ਸ਼ਰਵਣੀ ਸੁਨਣਾ ਗੁਰ ਨਾਉ, ਔਰ ਇਹਨਾਂ ਸ਼ਰਵਣਾ ਨਾਲ, ਇਹਨਾਂ ਕੰਨਾਂ ਨਾਲ ਕਿਸੇ ਦੀ ਨਿੰਦਾ ਜਾਂ ਆਪਣੀ ਉਪਮਾ ਨਹੀਂ ਸੁਣਨੀ। ਇਹ ਕੰਨ ਜਿਹੜੇ ਨੇ ਕਿਸੇ ਦੀ ਨਿੰਦਾ ਤੇ ਆਪਣੀ ਉਪਮਾ ਸੁਣਨ ਨੂੰ ਨਹੀਂ ਮਿਲੇ ਸਾਨੂੰ। ਪਾਤਸ਼ਾਹ ਕਹਿੰਦੇ ਨਾ ਸ਼ਰਵਣਾ ਨਾਲ, ਇਹਨਾਂ ਕੰਨਾਂ ਨਾਲ ਸਤਿਗੁਰੂ ਜੀ ਦਾ ਸ਼ਬਦ ਸੁਣਨਾ, ਸਤਿਗੁਰੂ ਜੀ ਦੇ ਅੰਮ੍ਰਿਤ ਨਾਮ ਨੂੰ ਸੁਣਨਾ। ਸਰਵਣੀ ਸੁਣਨਾ ਗੁਰ ਨਾਉ, ਸਾਨੂੰ ਜਿਹੜੇ ਸ਼ਰਵਣ ਵਾਹਿਗੁਰੂ ਨੇ ਪਰਮੇਸ਼ਰ ਨੇ ਪ੍ਰਦਾਨ ਕੀਤੇ ਨੇ, ਇਹ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਸਰਵਣ ਕਰਨ ਵਾਸਤੇ, ਨਿਰੰਕਾਰ ਦੀ ਸਿਫਤ ਸੁਣਨ ਵਾਸਤੇ ਹਨ। ਇਹ ਸਰਵਣ ਹੋ ਮੇਰੇ ਹੋ ਸਾਚੈ ਸੁਣਨਾ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਐ ਮੇਰੇ ਸ਼ਰਵਣੋ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਨੇ ਤੁਹਾਨੂੰ ਇਹ ਸੰਸਾਰ ਦੇ ਵਿੱਚ ਭੇਜਿਆ ਮੇਰੇ ਤਨ ਨਾਲ ਲਾ ਕੇ, ਤਾਂ ਤੁਸੀਂ ਤਾਂ ਸਫਲੇ ਹੋ, ਤਾਂ ਸਕਾਰਥੇ ਹੋ ਜੇ ਤੁਸੀਂ ਗੁਰੂ ਕੀ ਅੰਮ੍ਰਿਤ ਬਾਣੀ ਨੂੰ ਆਪਣੇ ਦੁਆਰਾ ਸਰਵਣ ਕਰਦੇ, ਸਾਹਿਬ ਦੇ ਅੰਮ੍ਰਿਤ ਜਸ ਨੂੰ ਆਪਣੇ ਕੰਨਾਂ ਦੁਆਰਾ, ਸ਼ਰਵਣਾ ਦੁਆਰਾ ਸਰਵਣ ਕਰਦੇ। ਇਸ ਕਰਕੇ ਪਾਤਸ਼ਾਹ ਕਹਿੰਦੇ ਆਪਣੇ ਸ਼ਰਵਣਾ ਨਾਲ ਸਾਹਿਬ ਜੀ ਦੇ ਅੰਮ੍ਰਿਤ ਨਾਮ ਨੂੰ ਸੁਣਨਾ ਹੈ, ਨੇਤਰਾਂ ਨਾਲ ਗੁਰੂ ਕੇ ਦਰਸ਼ਨ ਕਰਨੇ ਹਨ, ਸ਼ਰਵਣਾ ਨਾਲ ਸਾਹਿਬ ਜੀ ਦੇ ਅੰਮ੍ਰਿਤ ਨਾਮ ਨੂੰ ਸੁਣਨਾ ਹੈ, ਰਸਨਾ ਦੁਆਰਾ ਸਾਹਿਬ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਹੈ। ਹਾਂਜੀ, ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਉ। ਇਸ ਪ੍ਰਕਾਰ ਨਾਲ ਜਿਹੜੇ ਗੁਰਮੁਖ ਸਤਿਗੁਰਾਂ ਵਿੱਚ ਇਸ ਤਰੀਕੇ ਨਾਲ ਰੰਗੇ ਜਾਂਦੇ ਨੇ ਜਿਹੜਾ ਉੱਪਰ ਦੱਸਿਆ, ਜਿਹੜੇ ਅੰਦਰੋਂ ਗੁਰੂ ਆਰਾਧਦੇ ਨੇ, ਰਸਨਾ ਨਾਲ ਗੁਰੂ ਜਪਦੇ ਨੇ, ਨੇਤਰਾਂ ਨਾਲ ਗੁਰੂ ਦਰਸ਼ਨ ਕਰਦੇ ਨੇ, ਸ਼ਰਵਣਾ ਨਾਲ ਗੁਰੂ ਦਾ ਨਾਮ ਸੁਣਦੇ ਨੇ,
ਐਸੇ ਜਿਹੜੇ ਗੁਰਮੁਖ ਨੇ ਉਹ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ। ਸਤਿਗੁਰ ਸੇਤੀ ਰੱਤਿਆ, ਸਤਿਗੁਰਾਂ ਵਿੱਚ ਰੰਗੇ ਜਾਂਦੇ ਨੇ। ਜਿਹੜੇ ਗੁਰਮੁਖ ਸਤਿਗੁਰਾਂ ਦੇ ਪਰਮ ਪ੍ਰੇਮ ਦੇ ਰੰਗ ਵਿੱਚ ਰੰਗੇ ਜਾਂਦੇ ਨੇ, ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ। ਦਰਗਾਹ ਹੈ ਪਾਈਆ ਠਾਓ। ਨਿਰੰਕਾਰ ਦੇ ਘਰ ਵਿੱਚ, ਵਾਹਿਗੁਰੂ ਦੀ ਦਰਗਾਹ ਵਿੱਚ ਉਹਨਾਂ ਨੂੰ ਥਾਂ ਪ੍ਰਾਪਤ ਹੁੰਦੀ। ਨਹੀਂ ਤਾਂ ਭਟਕਦੇ ਹੀ ਫਿਰਦੇ ਆਵਾਗਾਉਣ ਦੇ ਚੱਕਰਾਂ ਵਿੱਚ। ਨਾ ਇਸ ਲੋਕ 'ਚ ਥਾਂ ਮਿਲਦੀ ਹੈ, ਨਾ ਪਰਲੋਕ ਵਿੱਚ ਥਾਂ ਮਿਲਦੀ ਹੈ। ਤੋ ਇਸ ਕਰਕੇ ਭਾਈ ਸਤਿਗੁਰਾਂ ਦੀ ਦਰਗਾਹ ਵਿੱਚ, ਘਰ ਅਕਾਲ ਪੁਰਖ ਦੇ ਘਰ ਵਿੱਚ ਉਹਨਾਂ ਨੂੰ ਥਾਂ ਮਿਲਦੀ ਹੈ ਜਿਹੜੇ ਸਤਿਗੁਰਾਂ ਦੇ ਪ੍ਰੇਮ ਦੇ ਰੰਗ ਵਿੱਚ ਇਸ ਤਰੀਕੇ ਨਾਲ ਰੰਗੇ ਜਾਂਦੇ ਹਨ। ਸਤਿਗੁਰੂ ਜੀ ਪਰਮੇਸ਼ਰ ਸਵਰੂਪ ਨੇ, ਤੋ ਪਰਮੇਸ਼ਰ ਰੰਗ ਵਿੱਚ ਰੰਗਿਆ ਹੋਇਆਂ ਨੂੰ ਨਿਰੰਕਾਰ ਦੇ ਘਰ ਵਿੱਚ ਥਾਂ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਸ ਦੇ। ਪਰ ਇਹ ਅਮੋਲਕ ਵਸਤੂ ਹੈ, ਬੜੀ ਕੀਮਤੀ ਵਸਤੂ, ਅਮੋਲਕ, ਇਹਦਾ ਮੁੱਲ ਹੀ ਕੋਈ ਨਹੀਂ। ਉੱਪਰ ਜਿਹੜੀ ਵਸਤ ਦੱਸੀ ਹੈ ਨਾ, ਕਹਿੰਦੇ ਬੜੀ ਅਮੋਲਕ ਹੈ। ਇਹ ਹਰ ਇੱਕ ਨੂੰ ਨਹੀਂ ਮਿਲਦੀ। ਜਿਸ ਤੇ ਸਾਹਿਬ ਜੀ ਕਿਰਪਾ ਕਰਕੇ ਜਿਸ ਨੂੰ ਇਹ ਅੰਮ੍ਰਿਤ ਦਾਤ ਬਖਸ਼ਦੇ ਨੇ, ਇਹ ਵਸਤੂ ਬਖਸ਼ਦੇ ਨੇ, ਉਸੇ ਨੂੰ ਪ੍ਰਾਪਤ ਹੁੰਦੀ। ਹਰ ਇੱਕ ਨੂੰ ਨਹੀਂ ਮਿਲਦੀ। ਕਹੋ ਨਾਨਕ ਕਿਰਪਾ ਕਰੇ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਜਿਨ੍ਹਾਂ ਤੇ ਵਾਹਿਗੁਰੂ ਪਰਮੇਸ਼ਰ ਜੀ ਕਿਰਪਾ ਕਰਦੇ ਹਨ ਤੇ ਕਿਰਪਾ ਕਰਕੇ ਜਿਸ ਨੂੰ ਇਹ ਵਸਤੂ ਦਿੰਦੇ ਨੇ, ਉਸੇ ਨੂੰ ਪ੍ਰਾਪਤ ਹੁੰਦੀ। ਇਹ ਵਸਤੂ ਵਾਹਿਗੁਰੂ ਨੇ ਆਪਣੇ ਹੱਥ 'ਚ ਰੱਖੀ ਹੈ। ਜਿਹਦੇ ਤੇ ਤਰਸ ਕਰਨਾ, ਜਿਸ ਤੇ ਬਖਸ਼ਿਸ਼ ਕਰਨੀ ਹੈ, ਉਸੇ ਨੂੰ ਪ੍ਰਦਾਨ ਕਰਨੀ। ਆਪਣੇ ਯਤਨ ਨਾਲ ਨਹੀਂ ਮਿਲਦੀ। ਤੇ ਫਿਰ ਸਾਨੂੰ ਕੀ ਕਰਨਾ ਚਾਹੀਦਾ ਜੇ ਆਪਣੇ ਯਤਨ ਨਾਲ ਇਹ ਵਸਤੂ ਨਹੀਂ ਮਿਲਦੀ? ਕਿ ਸਾਨੂੰ ਇਹ ਵਸਤੂ ਮਿਲ ਜਾਏ। ਜੇ ਯਤਨਾਂ ਨਾਲ ਨਹੀਂ ਮਿਲਦੀ ਤੇ ਕਿਵੇਂ ਮਿਲੇਗੀ? ਕਹਿੰਦੇ ਬੇਨਤੀਆਂ ਤੇ ਅਰਦਾਸਾਂ ਨਾਲ ਮਿਲ ਸਕਦੀ ਹੈ। ਆਪਣੇ ਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਨੀ, ਅਰਜ਼ੋਈ ਕਰਨੀ, ਬਾਰੰਬਾਰ ਅਰਦਾਸਾਂ ਕਰਨੀਆਂ, ਮਿਹਨਤਾਂ ਕਰਨੀਆਂ, ਮਹਾਰਾਜ ਕਿਰਪਾ ਕਰੋ, ਕਿਰਪਾ ਕਰੋ। ਸਾਹਿਬ ਦੇ ਦਰ ਦਾ ਮੰਗਤਾ ਬਣ ਕੇ ਨਾ, ਉਹ ਦਰ ਨਾ ਛੱਡਦਿਆਂ ਹੋਇਆਂ ਦਿਨ ਰਾਤ ਉੱਥੇ ਕੂਕਣਾ ਪੈਂਦਾ। ਦਿਨ ਰਾਤ ਸਾਹਿਬ ਦੇ ਦਰ ਦਾ ਮੰਗਤਾ ਬਣ ਕੇ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜੇ। ਢਾਡੀ ਦਰ ਪ੍ਰਭ ਮੰਗਣਾ, ਦਰ ਕਦੇ ਨਾ ਛੋੜ। ਪ੍ਰੀਤ ਲੱਗੇ ਹਰ ਨਾਮ ਸਿਉ, ਇਹ ਹਸਤੀ ਘੋੜੇ। ਪ੍ਰੀਤ ਲੱਗੀ ਹਰ ਨਾਮ ਸਿਉ, ਇਹ ਹਸਤੀ ਘੋੜੇ। ਬਾਰ ਬਾਰ ਮਿੰਨਤ ਕਰਨੀ, ਮਹਾਰਾਜ ਕਿਰਪਾ ਕਰੋ, ਦਇਆ ਕਰੋ। ਕਿਉਂਕਿ ਸਾਹਿਬ ਜਿਨ੍ਹਾਂ ਤੇ ਕਿਰਪਾ ਕਰਦੇ ਨੇ, ਉਹਨਾਂ ਨੂੰ ਇਹ ਵਸਤੂ ਦਿੰਦੇ ਆ, ਉਹਨਾਂ ਨੂੰ ਇਹ ਵੱਤ ਪ੍ਰਦਾਨ ਕਰਦੇ ਨੇ। ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਜੀ ਮਹਾਰਾਜ ਪੂਰਬ ਦਿਸ਼ਾ ਨੂੰ ਜਾ ਰਹੇ, ਇੱਧਰ ਬੰਗਾਲ ਵਾਲੇ ਪਾਸੇ ਜਦੋਂ ਗਏ ਨੇ ਨਾ, ਰਸਤੇ ਵਿੱਚ ਇੱਕ ਨਗਰ ਆਇਆ। ਉੱਥੋਂ ਦੇ ਕੁਝ ਸਿੱਖਾਂ ਨੇ ਪਿੰਡ ਵਿੱਚ ਧਰਮਸ਼ਾਲਾ ਵੀ ਬਣਾਈ ਹੋਈ, ਗੁਰੂ ਘਰ ਵੀ ਬਣਾਇਆ ਹੋਇਆ। ਪਾਤਸ਼ਾਹ ਗਏ ਤੇ ਅੱਗੇ ਧਰਮਸ਼ਾਲਾ ਵਿੱਚ ਕੋਈ ਵੀ ਨਾ ਕੋਈ ਸੇਵਾਦਾਰ, ਨਾ ਕੋਈ ਅਹਿਲਕਾਰ। ਪਤਾ ਕੀਤਾ ਕਿੱਥੇ ਨੇ ਸਾਰੇ? ਕਹਿੰਦੇ ਜੀ ਦੂਸਰੇ ਕੁਝ ਦੂਰੀ ਤੇ 1 ਸਾਲ ਬਾਅਦ ਮੇਲਾ ਲੱਗਦਾ, ਸਾਰੇ ਉੱਥੇ ਮੇਲਾ ਵੇਖਣ ਗਏ ਹੋਏ ਨੇ। ਪਾਤਸ਼ਾਹ ਕਹਿੰਦੇ ਜਿੱਥੇ ਮੇਲਾ ਹੋਣਾ ਸੀ ਉੱਥੇ ਤਾਂ ਉਜਾੜ ਪਾ ਕੇ ਗਏ ਹੋਏ ਨੇ, ਤੇ ਜਿੱਥੇ ਉਜਾੜ ਆ ਉੱਥੇ ਮੇਲਾ ਵੇਖਣ ਗਏ ਹੋਏ ਨੇ। ਇਹਨਾਂ ਨੂੰ ਦਰਸ਼ਨ ਨਹੀਂ ਸਨ ਹੋਣੇ, ਕਰਮ ਹੀ ਮੰਦ ਨੇ।
ਜਿਹੜਾ ਉੱਥੇ ਦਰਸ਼ਨ ਕਰਕੇ ਦੱਸ ਰਿਹਾ ਸੀ ਉਹ ਪਿੰਡ ਦਾ ਆਮ ਸਧਾਰਨ ਵਿਅਕਤੀ ਸੀ। ਮਹਾਰਾਜ ਕਹਿੰਦੇ ਤੇਰੇ ਭਾਗਾਂ ਵਿੱਚ ਸੀ ਇਸ ਮੇਲੇ ਦੇ ਦਰਸ਼ਨ ਤਾਂ ਹੋ ਗਏ ਨੇ ਤੈਨੂੰ। ਪਾਤਸ਼ਾਹ ਉੱਥੋਂ ਚਲੇ ਗਏ। ਕਹਿੰਦੇ ਉਹਨਾਂ ਨੂੰ ਹੁਣ ਦਰਸ਼ਨ ਦੇਣ, ਉਹ ਕਹਿੰਦੇ ਮਹਾਰਾਜ ਉਹਨਾਂ ਨੇ ਕੱਲ ਨੂੰ ਆ ਜਾਣਾ। ਪਾਤਸ਼ਾਹ ਕਹਿੰਦੇ ਹੁਣ ਉਹਨਾਂ ਨੂੰ ਦਰਸ਼ਨ ਦੇਣੇ ਹੀ ਨਹੀਂ। ਇਹਦਾ ਮਤਲਬ ਗੁਰੂ ਸਾਹਿਬ ਜੀ ਦੇ ਵਸ ਵਿੱਚ ਹੈ ਕਿਹਨੂੰ ਦਰਸ਼ਨ ਦੇਣੇ ਨੇ ਕਿਹਨੂੰ ਨਹੀਂ ਦੇਣੇ। ਇਹ ਦਾਤ ਵੀ ਗੁਰੂ ਨੇ ਆਪਣੇ ਹੱਥ 'ਚ ਰੱਖੀ। ਸਜ਼ਾ ਕਿਉਂ ਦਿੱਤੀ ਉਹਨਾਂ ਨੂੰ, ਇਹ ਦੰਡ ਕਿਉਂ ਦਿੱਤਾ, ਇਹ ਬਚਨ ਕਿਉਂ ਕਿਹਾ? ਕਿਉਂਕਿ ਗੁਰੂ ਘਰ ਬਣਾਇਆ, ਧਰਮਸ਼ਾਲ ਬਣਾਈ ਹੈ, ਤਾਂ ਉੱਥੇ ਘੱਟੋ ਘੱਟ 1-2 ਸੇਵਾਦਾਰ ਤਾਂ ਰਹਿਣੇ ਚਾਹੀਦੇ ਨੇ। ਸਾਰੇ ਹੀ ਟੁਰ ਗਏ। ਪਾਤਸ਼ਾਹ ਕਹਿੰਦੇ ਚਲੋ ਅੱਜ ਅਸੀਂ ਆਏ ਹਾਂ, ਕੋਈ ਹੋਰ ਮਹਾਤਮਾ ਆ ਜਾਏ, ਕੋਈ ਫਕੀਰ ਆ ਜਾਏ, ਅਭਿਆਗਤ ਆ ਜਾਏ, ਉਹਨੂੰ ਅੱਗੇ ਪੁੱਛਣ ਵਾਲਾ ਵੀ ਕੋਈ ਨਹੀਂ। ਫਿਰ ਇਸ ਧਰਮਸ਼ਾਲਾ ਦਾ ਪ੍ਰਯੋਜਨ ਕੀ ਹੈ? ਜਿੱਥੇ ਆਏ ਗਏ ਵਾਸਤੇ ਕੋਈ ਸੇਵਾ ਨਹੀਂ, ਉਹਨੂੰ ਜਲ ਪਾਣੀ ਵੀ ਨਾ ਪੁੱਛਿਆ ਜਾਏ, ਭੋਜਨ ਵਾਸਤੇ ਉਹਦਾ ਪ੍ਰਬੰਧ ਨਾ ਹੋਵੇ, ਫਿਰ ਕਿਆ ਲਾਭ ਐਸੀ ਧਰਮਸ਼ਾਲ ਦਾ? ਯਾਨੀ ਕਿ ਹੁਕਮ ਕੀਤਾ ਕਿ ਜੇ ਦਰਬਾਰ ਬਣਾਇਆ, ਧਰਮਸ਼ਾਲਾ ਬਣਾਈ ਹੈ, ਤੇ ਉੱਥੇ 1-2 ਸੇਵਾਦਾਰ ਹਰ ਵੇਲੇ ਮੁਕਰਰ ਰਹਿਣੇ ਚਾਹੀਦੇ ਨੇ। ਇਹ ਬਚਨ 400 ਸਾਲ ਪਹਿਲਾਂ ਦਾ ਹੈ, 300 ਸਾਲ 350 ਸਾਲ ਪਹਿਲਾਂ। ਉਸ ਵੇਲੇ 9ਵੇਂ ਪਾਤਸ਼ਾਹ ਕਹਿ ਰਹੇ ਨੇ ਕਿ ਗੁਰੂ ਘਰ ਜਦੋਂ ਬਣਾਉਂਦੇ ਨੇ ਉੱਥੇ 1-2 ਸੇਵਾਦਾਰ ਹਾਜ਼ਰ ਰਹਿਣੇ ਚਾਹੀਦੇ ਨੇ। ਕੇਵਲ ਆਏ ਗਏ ਨੂੰ ਸੇਵਾ ਟਹਿਲ ਲਈ ਨਹੀਂ, ਉਸ ਦਰਬਾਰ ਦੀ ਪਹਿਰੇ ਵਾਸਤੇ ਸਾਵਧਾਨੀ ਲਈ। ਜਿਹੜੀ ਅੱਜ ਦੇ ਇਸ ਵਰਤਮਾਨ ਦੇ ਸਮੇਂ ਦੇ ਵਿੱਚ ਸਾਡੇ ਅੰਦਰ ਕਮੀ ਆ ਗਈ ਹੈ ਨਾ, ਸਾਹਿਬਾਂ ਦੀ ਬੇਅਦਬੀ ਹੁੰਦੀ ਹੈ, ਮਹਾਰਾਜ ਜੀ ਦੇ ਸਰੂਪਾਂ ਦੀ ਬੇਅਦਬੀ ਹੁੰਦੀ ਗੁਰੂ ਘਰਾਂ ਵਿੱਚ, ਉਹਦਾ ਕਾਰਨ ਇਹੀ ਹੈ ਕਿ ਗੁਰੂ ਘਰ ਤਾਂ ਬਣਾ ਲਏ, ਪਰ ਉਸ ਗੁਰੂ ਘਰ ਦੀ ਸੇਵਾ ਟਹਿਲ ਵਾਸਤੇ ਅੰਦਰ ਜਿਹੜੀ ਸੇਵਾਦਾਰ ਦੀ ਡਿਊਟੀ ਹੁੰਦੀ ਹੈ ਨਿਗਰਾਨੀ ਵਾਸਤੇ, ਉਹ ਰੱਖਣ ਦੀ ਬਜਾਏ ਇੱਕ ਇਹੋ ਜਿਹਾ ਗ੍ਰੰਥੀ ਸਿੰਘ ਰੱਖਦੇ ਨੇ ਜਿਹੜਾ ਕੰਮ ਸੇਵਾਦਾਰ ਵੀ ਕਰੇ, ਕੰਮ ਡਾਲੀ ਦਾ ਵੀ ਕਰੇ, ਕੰਮ ਆਏ ਗਏ ਪ੍ਰਧਾਨਾਂ ਨੂੰ ਚਾਹ ਪਿਆਣ ਤੇ ਪਕੌੜੇ ਖਵਾਉਣ ਦਾ ਵੀ ਕਰੇ। ਇੱਕੋ ਗ੍ਰੰਥੀ ਸਿੰਘ। ਫਿਰ ਤਨਖਾਹ ਕਿੰਨੀ ਦੇਣੀ ਹੈ? 6 ਮਹੀਨਿਆਂ ਬਾਅਦ ਦਾਣੇ ਇਕੱਠੇ ਕਰਾਂਗੇ, ਉਹ ਦੇਾਂਗੇ। ਛਮਾਈ ਦੀ ਛਮਾਈ। ਤੋ ਗੁਰੂ ਘਰਾਂ ਦੇ ਪ੍ਰਬੰਧ ਲਈ ਇੱਕ ਸੇਵਾਦਾਰ, ਨਿਗਰਾਨੀ ਲਈ ਪਹਿਰੇਦਾਰ ਉੱਥੇ ਮੁਕਰਰ ਹੋਣਾ ਚਾਹੀਦਾ। ਇਹ ਪ੍ਰਬੰਧਕਾਂ ਨੂੰ ਜੋ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੇ ਨੇ ਉਹਨਾਂ ਨੂੰ ਇਹ ਯਤਨ ਕਰਨਾ ਚਾਹੀਦਾ। ਜ਼ਰੂਰੀ ਨਹੀਂ ਵੀ ਇੱਕ ਮਹੱਲੇ 'ਚ ਤੁਸੀਂ 4-4 ਗੁਰਦੁਆਰੇ ਬਣਾ ਲਓ ਤੇ ਫਿਰ ਉਹਨਾਂ ਦੀਆਂ ਗ੍ਰੰਥੀ ਸਿੰਘਾਂ ਦੀਆਂ ਤਨਖਾਹਾਂ ਦੇਣੀਆਂ ਵੀ ਔਖੀਆਂ ਹੋਣ। ਮਹੱਲੇ 'ਚ ਗੁਰਦੁਆਰਾ ਹੀ ਇੱਕ ਬਣਾਓ, ਪਰ ਉਹਨੂੰ ਸਹੀ ਢੰਗ ਨਾਲ, ਸਹੀ ਤਰੀਕੇ ਨਾਲ ਗੁਰੂ ਘਰ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਨੇ ਉਹਨੂੰ ਨਿਭਾਉਣਾ ਚਾਹੀਦਾ। ਫਿਰ ਕਹਿੰਦੇ ਜੀ ਸਾਡੇ ਕੋਲ ਤਾਂ ਗ੍ਰੰਥੀ ਸਿੰਘ ਨੂੰ ਤਨਖਾਹ ਨਹੀਂ ਦੇ ਹੁੰਦੀ, ਅਸੀਂ ਸੇਵਾਦਾਰ ਕਿੱਥੋਂ ਰੱਖੀਏ ਜੀ। ਤੇ ਫਿਰ ਉੱਥੋਂ ਕੁਝ ਥੋੜ੍ਹੀ ਦੂਰੀ ਤੇ ਗੁਰੂ ਘਰ ਹੋਵੇ, ਉੱਥੇ ਜਾ ਕੇ ਮੱਥਾ ਟੇਕ ਆਓ ਜਿੱਥੇ ਉਹਨਾਂ ਨੇ ਪ੍ਰਬੰਧ ਕੀਤਾ ਹੋਇਆ। ਤੁਹਾਡੇ ਕੋਲ ਗੁਰੂ ਘਰ ਬਣਾ ਕੇ ਉਸ ਗੁਰੂ ਘਰ ਦੀ ਸੇਵਾ ਸੰਭਾਲ ਦਾ ਜਿੰਮਾ ਨਹੀਂ ਨਿਭਾਇਆ ਜਾਂਦਾ ਤੇ ਫਿਰ ਉੱਥੋਂ ਪਿੱਛੇ ਹਟ ਜਾਓ। ਗਰੀਬ ਨਵਾਜ਼ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਸ ਵਿੱਚ ਹੈ ਕਿਸ ਤੇ ਤਰਸ ਕਰਨਾ। ਸਾਡੇ ਵਸ ਕੀ ਹੈ? ਸਾਡੇ ਵਸ ਹੱਥ ਬੰਨ੍ਹ ਕੇ ਬੇਨਤੀਆਂ ਕਰ, ਜੋਦੜੀਆਂ ਕਰ। ਮਹਾਰਾਜ ਕਿਰਪਾ ਕਰੋ। ਜਿਨ੍ਹਾਂ ਤੇ ਕਿਰਪਾ ਕਰਦੇ ਹਨ ਉਹਨਾਂ ਨੂੰ ਇਹ ਵਸਤੂ ਦਿੰਦੇ ਹਨ। ਜਗ ਮਹਿ ਉਤਮ ਕਾਢੀਐ ਵਿਰਲੇ ਕਈ ਕੇ। ਇਸ ਜਗਤ ਦੇ ਵਿੱਚ ਉਹੀ ਉੱਤਮ ਪੁਰਸ਼ ਕੱਢੇ ਜਾਂਦੇ ਹਨ ਜਿਨ੍ਹਾਂ ਨੂੰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਨੀ। ਜੇ ਚੁਣ ਕੇ ਵੇਖੀਏ ਤਾਂ ਪਾਤਸ਼ਾਹ ਕਹਿੰਦੇ ਵਿਰਲੇ ਕਈ ਕੇ ਹੋਣਗੇ ਜਗਤ ਦੇ ਵਿੱਚ। ਜੇ ਚੁਣ ਕੇ ਬੰਦੇ ਕੱਢਣੇ ਹੋਣ ਜਿਨ੍ਹਾਂ ਕੋਲੇ ਵਸਤੂ ਹੈ ਤਾਂ ਕਹਿੰਦੇ ਬੜੇ ਵਿਰਲੇ ਹੋਣਗੇ। ਕੋਟਾਂ ਵਿੱਚ, ਕਰੋੜਾਂ ਵਿੱਚ ਕੋਈ ਇੱਕ ਅੱਧਾ ਹੋਵੇਗਾ। ਕੋਟਨ ਮੈਂ ਨਾਨਕ ਕੋ
ਨਾਰਾਇਣ ਜਿਹ ਚੀਜ਼। ਕਰੋੜਾਂ ਦੇ ਵਿੱਚ ਕੋਈ ਇੱਕ ਅੱਧਾ ਹੋਵੇਗਾ, ਨਹੀਂ ਤਾਂ ਬਿਹਾਰੀ ਸਾਰੇ ਹੋਣਗੇ, ਪਰ ਨਾਮ ਦੇ ਰਸ ਲੈਣ ਵਾਲਾ ਰਸੀਆ ਕਰੋੜਾਂ ਵਿੱਚ ਕੋਈ ਇੱਕ ਅੱਧਾ ਹੋਵੇਗਾ। ਜੇ ਜਗਤ ਵਿੱਚੋਂ ਕੱਢੇ ਜਾਣ, ਭਾਲੇ ਜਾਣ, ਜਗ ਮੈਂ ਉੱਤਮ ਕੱਢ ਹੀ ਹੈ, ਜੇ ਉੱਤਮ ਪੁਰਸ਼ਾਂ ਨੂੰ ਕੱਢਣਾ ਹੋਵੇ, ਭਾਲਣਾ ਹੋਵੇ ਜਗਤ ਵਿੱਚ, ਤਾਂ ਪਾਤਸ਼ਾਹ ਕਹਿੰਦੇ ਵਿਰਲੇ ਕਈ ਕੇ ਵਿਰਲੇ ਹੀ ਹੋਣਗੇ ਕਿਤੇ ਕਿਤੇ। ਬਨ ਬਨ ਮੈਂ ਚੰਦਨ ਨਹੀਂ, ਬਨ ਬਨ ਮੈਂ ਚੰਦਨ ਨਹੀਂ, ਗਜ ਗਜ ਮੋਤੀ ਨਾ ਹੈ। ਹਰ ਜੰਗਲ ਦੇ ਵਿੱਚ ਚੰਦਨ ਦੀ ਲੱਕੜ ਨਹੀਂ ਮਿਲਦੀ, ਜੰਗਲ ਬੜੇ ਨੇ, ਹਰ ਜੰਗਲ ਦੇ ਵਿੱਚ ਚੰਦਨ ਨਹੀਂ ਹੁੰਦਾ। ਹਾਥੀ ਬੜੇ ਨੇ, ਹਰ ਹਾਥੀ ਦੇ ਮੱਥੇ ਵਿੱਚ ਗਜ ਮੋਤੀ ਨਹੀਂ ਹੁੰਦਾ। ਬਨ ਬਨ ਮੈਂ ਚੰਦਨ ਨਹੀਂ, ਗਿਰ ਗਿਰ ਮਾਣਕ ਨਾ ਹੈ। ਤੇ ਹਰ ਪਹਾੜ ਦੇ ਵਿੱਚ ਮਾਣਕ ਨਹੀਂ ਲੱਭਦੇ। ਮਾਣਕ ਜਿੱਥੋਂ ਲੱਭਦੇ ਨੇ ਉਹ ਪਹਾੜ ਕਿਤੇ ਕਿਤੇ ਟਾਵੇਂ ਟਾਵੇਂ ਹੁੰਦੇ ਆ। ਇਸੇ ਤਰ੍ਹਾਂ ਰੱਬ ਦੇ ਪਿਆਰੇ ਮਹਾਂਪੁਰਸ਼ ਸਾਧੂ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਸਾਧਨਾ ਪੁਰ ਪੁਰ ਮਾਹੇ। ਹਰ ਨਗਰ ਵਿੱਚ ਹਰ ਥਾਂ ਤੇ ਕੋਈ ਤੁਹਾਨੂੰ ਸਾਧੂ ਨਹੀਂ ਮਿਲਣਾ, ਉਹ ਵੀ ਕਿਤੇ ਕਿਤੇ ਟਾਵਾਂ ਟਾਵਾਂ ਵਿਰਲਾ ਵਿਰਲਾ ਹੋਵੇਗਾ। ਵਿਰਲੇ ਕਈ ਕੇ ਵਿਰਲੇ ਹੋਣਗੇ, ਹੈਣ ਵਿਰਲੇ ਨਾਹੀ ਘਣੇ, ਬਹੁਤ ਨਹੀਂ ਹਨ, ਵਿਰਲੇ ਹਨ। ਹੈਣ ਵਿਰਲੇ ਨਾਹੀ ਘਣੇ, ਫੈਲ ਫਕੜ ਸੰਸਾਰ। ਤਤ ਥੋੜਾ ਹੀ ਹੁੰਦਾ, ਲੱਸੀ ਬਹੁਤ ਹੁੰਦੀ, ਮੱਖਣ ਵਿੱਚੋਂ ਥੋੜਾ ਹੀ ਨਿਕਲਦਾ ਨਾ, ਛਾਛ ਬਹੁਤ ਹੁੰਦੀ ਹੈ। ਇਸ ਕਰਕੇ ਭਾਈ ਵਿਰਲੇ ਹਨ ਰੰਗ ਦੇ, ਪਰਮੇਸ਼ਰ ਦੇ ਪ੍ਰੇਮ ਦੇ ਰੰਗਾਂ ਵਿੱਚ ਰੰਗੇ ਹੋਏ ਵਿਰਲੇ। ਕਲਗੀਧਰ ਜੀ ਨੇ ਆਖਿਆ, ਖਾਲਸਾ ਜੀ ਆਪ ਜੀ ਦਾ ਰਾਜ ਹੋਣਾ। ਸਿੰਘਾਂ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਥੋੜੇ ਜਿਹੇ ਹਾਂ, ਗਿਣਤੀ ਸਾਡੀ ਥੋੜੀ ਹੈ। ਜਰਵਾਣੇ ਤਾਂ ਬੜੇ ਨੇ, ਉਹਨਾਂ ਦੀ ਗਿਣਤੀ ਬਹੁਤ ਹੈ। ਗੁਰਦੇਵ ਕਹਿਣ ਲੱਗੇ, ਤੁਹਾਡੀ ਵੀ ਗਿਣਤੀ ਬਹੁਤ ਥੋੜੀ ਨਹੀਂ, ਤੁਹਾਨੂੰ ਇੱਕ ਇੱਕ ਨੂੰ ਸਵਾ ਸਵਾ ਸਵਾਇਆ ਸਵਾਇਆ ਕਿਹਾ, ਸਵਾਇਆ ਕਿਹਾ। ਫਿਰ ਨਾਲੇ ਜਾਣ ਲਓ, ਬਨ ਵਿੱਚ ਸ਼ੇਰਾਂ ਦੀ ਗਿਣਤੀ ਬਹੁਤ ਨਹੀਂ ਹੁੰਦੀ। ਬਨ ਵਿੱਚ, ਜੰਗਲ ਵਿੱਚ ਸ਼ੇਰਾਂ ਦੀ ਗਿਣਤੀ ਬਹੁਤ ਨਹੀਂ ਹੁੰਦੀ, ਪਰ ਇੱਕ ਅੱਧਾ ਸ਼ੇਰ ਵੀ ਪੂਰੇ ਜੰਗਲ ਦੇ ਜਾਨਵਰਾਂ ਦੇ ਉੱਤੇ ਰਾਜ ਕਰਦਾ ਹੈ। ਤੁਸੀਂ ਸ਼ੇਰ ਹੋ, ਸਿੰਘ ਨਾਮ ਸ਼ੇਰ ਦਾ ਹੈ। ਇਸ ਕਰਕੇ ਇਹ ਬਿਰਤੀ ਆਪਣੇ ਹਿਰਦੇ 'ਚ ਰੱਖਣੀ ਕਿ ਅਸੀਂ ਥੋੜੇ ਹਾਂ, ਐਸਾ ਨਹੀਂ। ਸਾਡੀ ਗਿਣਤੀ ਘੱਟ ਹੈ, ਐਸਾ ਮਨ ਦੇ ਵਿੱਚ ਇਹ ਨਕਾਰਾਤਮਕ ਸੋਚ ਨਾ ਰੱਖੀਏ। ਯਹੂਦੀਆਂ ਦੀ ਗਿਣਤੀ ਪੂਰੇ ਵਿਸ਼ਵ ਭਰ ਵਿੱਚ ਸਭ ਤੋਂ ਥੋੜੀ ਹੈ ਇਸ ਵੇਲੇ, ਪਰ ਸਭ ਤੋਂ ਪਾਵਰਫੁਲ ਕੌਮ ਉਹੀ ਹੈ, ਸਭ ਤੋਂ ਵੱਧ ਪੈਸਾ ਉਹਨਾਂ ਦੇ ਕੋਲ ਹੈ, ਵੱਡੇ ਵੱਡੇ ਅਦਾਰੇ ਉਹਨਾਂ ਦੇ ਅਧੀਨ ਨੇ। ਉਹ ਐਸਾ ਨਹੀਂ ਹੈ। ਤੋ ਹੈਣ ਵਿਰਲੇ, ਰਾਮ ਨਾਮ ਜਪਣ ਵਾਲੇ ਪਰਮੇਸ਼ਰ ਦੇ ਪਿਆਰੇ ਨਿਰੰਕਾਰ ਦੇ ਰੰਗਾਂ ਵਿੱਚ ਰੰਗੇ ਹੋਏ ਥੋੜੇ ਹਨ, ਵਿਰਲੇ ਹਨ। ਮਹੱਲਾ ਪੰਜਵਾਂ। ਰੱਖੀ ਰਖਣ ਹਾਰ, ਆਪ ਉਭਾਰਿਆ ਨ। ਮੇਰਾ ਵਾਹਿਗੁਰੂ, ਮੇਰਾ ਵਿਧਾਤਾ ਸੰਸਾਰ ਦੇ ਜੀਵਾਂ ਨੂੰ ਵਿਸ਼ਿਆਂ ਵਿਕਾਰਾਂ ਦੀ ਅੱਗ ਤੋਂ ਰੱਖਣ ਵਾਲਾ ਰੱਖਣਹਾਰ ਹੈ। ਉਹ ਜਿਨ੍ਹਾਂ ਤੇ ਤਰਸ ਕਰਦਾ, ਰਹਿਮਤ ਕਰਦਾ, ਉਹਨਾਂ ਨੂੰ ਇਹ ਸੰਸਾਰ ਦੇ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਰੱਖ ਲੈਂਦਾ ਰੱਖਣਹਾਰ ਹੈ। ਵਿਕਾਰਾਂ ਦੀ ਅੱਗ ਦੇ ਵਿੱਚ ਮੇਰਾ ਸੁਆਮੀ ਨਹੀਂ ਸੜਨ ਦਿੰਦਾ, ਰੱਖਣਹਾਰ ਹੈ, ਰੱਖ ਲੈਂਦਾ ਹੈ ਮੇਰਾ ਸੁਆਮੀ। ਤੂੰ ਮੇਰਾ ਰਾਖਾ ਸਭਨੀ ਥਾਈ,
ਤੂੰ ਮੇਰਾ ਰਾਖਾ ਸਭਨੀ ਥਾਈ। 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 ਹੇ ਵਾਹਿਗੁਰੂ ਜੀ, ਤੁਸੀਂ ਰੱਖਣ ਵਾਲੇ ਹੋ, ਆਪ ਉਭਾਰਦੇ ਹੋ, ਬਾਂਹ ਫੜ ਕੇ ਵਿਸ਼ੇ ਵਿਕਾਰਾਂ ਦੀ ਅੱਗ ਤੋਂ ਆਪਣਿਆਂ ਸੇਵਕਾਂ ਨੂੰ ਬਚਾਉਂਦੇ ਹੋ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਜਿਨ੍ਹਾਂ ਤੇ ਪਰਮੇਸ਼ਰ ਜੀ ਤਰਸ ਕਰਦੇ ਨੇ ਉਹਨਾਂ ਨੂੰ ਗੁਰੂ ਦੇ ਪੈਰੀਂ, ਗੁਰੂ ਦੇ ਚਰਨੀ ਪਾਉਂਦੇ ਨੇ। ਪਰਮੇਸ਼ਰ ਦੀ ਦਇਆ ਨਾਲ ਗੁਰੂ ਮਿਲਦਾ ਹੈ ਤੇ ਪਰਮੇਸ਼ਰ ਦੇ ਤਰਸ ਨਾਲ ਜਿਹੜੇ ਗੁਰੂ ਦੇ ਪੈਰਾਂ ਵਿੱਚ, ਗੁਰੂ ਦੇ ਚਰਨਾਂ ਵਿੱਚ ਆ ਜੁੜਦੇ ਨੇ, ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਪਰਮੇਸ਼ਰ ਜੀ ਆਪ ਸਵਾਰਦੇ ਨੇ, ਸਵਾਰਨ ਜੋਗੇ ਹੋ ਕੇ। ਜਿਹੜੇ ਗੁਰੂ ਚਰਨਾਂ ਨਾਲ ਜੁੜ ਜਾਂਦੇ ਹਨ ਉਹਨਾਂ ਦੇ ਸਾਰੇ ਕਾਰਜ ਵਾਹਿਗੁਰੂ ਪਰਮੇਸ਼ਰ ਜੀ ਆਪ ਸਵਾਰਦੇ ਨੇ। ਥਿਰ ਘਰ ਬੈਸੋ ਹਰਿ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਹਰ ਹਰ ਨਾਮ ਹਿਰਦੈ ਔਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ। ਹਾਂਜੀ। ਹੋਆ ਆਪ ਦਇਆਲ ਮਨਹੁ ਨਾ ਵਿਸਾਰਿਆਨ। ਜਿਨ੍ਹਾਂ ਤੇ ਮੇਰੇ ਵਾਹਿਗੁਰੂ ਜੀ ਆਪ ਦਇਆਲ ਹੁੰਦੇ ਨੇ, ਦਇਆ ਦੇ ਘਰ ਵਿੱਚ ਆਉਂਦੇ ਨੇ, ਤਰਸ ਦੇ ਘਰ ਵਿੱਚ ਆਉਂਦੇ ਹਨ। ਗਰੀਬ ਨਵਾਜ ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ ਚੋਂ ਆਪਣਾ ਆਪ ਨਹੀਂ ਵਿਸਾਰਦੇ। ਉਹਨਾਂ ਦੇ ਹਿਰਦੇ ਵਿੱਚ ਹਮੇਸ਼ਾ ਆਪਣੀ ਸਿਮਰਤੀ ਬਣਾਈ ਰੱਖਦੇ ਨੇ ਦਿਆਲੂ ਵਾਹਿਗੁਰੂ ਜੀ, ਜਿਨ੍ਹਾਂ ਤੇ ਦਇਆ ਕਰ। ਉਹਨਾਂ ਦੇ ਹਿਰਦੇ ਚੋਂ ਨਹੀਂ ਵਿਸਰਦੇ। ਸਾਧ ਜਨਾਂ ਕੈ ਸੰਗ ਭਵਜਲ ਤਾਰਿਆਨ। ਸਾਧੂ ਜਨਾਂ ਦਾ ਜਿਹੜਾ ਸੰਗ ਹੈ ਉਹ ਇਸ ਭਵ ਜਲ ਤੋਂ, ਇਹ ਸੰਸਾਰ ਸਮੁੰਦਰ ਤੋਂ ਤਾਰਨੇ ਵਾਲਾ ਹੈ। ਸਾਧੂ ਜਨਾਂ ਦੀ ਸੰਗਤ ਹੀ ਇਸ ਭਵ ਜਲ ਤੋਂ, ਇਸ ਸੰਸਾਰ ਸਮੁੰਦਰ ਤੋਂ ਤਾਰਨ ਦੀ ਸਮਰੱਥਾ ਰੱਖਦੀ। ਸਾਧ ਸੰਗਤ ਸ੍ਰੇਸ਼ਟ ਹੈ, ਸਾਧ ਸੰਗਤ ਸਰਵੋਤਮ ਹੈ। ਇਹ ਪ੍ਰਮਾਣ ਸਾਹਿਬ ਦੀ ਅੰਮ੍ਰਿਤ ਬਾਣੀ ਵਿੱਚ ਅਨੇਕਾਂ ਵੇਰੀ ਆਉਂਦਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਬਾਣੀ ਦੁਆਰਾ ਸਾਧ ਸੰਗਤ ਦੀ ਵੱਡੀ ਭਾਰੀ ਮਹਿਮਾ ਨੂੰ ਬਾਰ-ਬਾਰ ਦਰਸਾਇਆ। ਪਾਤਸ਼ਾਹ ਵੀ ਇਹੀ ਬਾਰ-ਬਾਰ ਕਹਿੰਦੇ, ਸਾਧੂ ਸੰਗ ਭਜੋ ਗੋਪਾਲ, ਆਨ ਸੰਜਮ ਕਛੂ ਨਾ ਸੂਝੈ, ਇਹ ਜਤਨ ਕਾਟ ਕਲਿਕਾਲ। ਸਾਧੂ ਸੰਗ ਭਜੋ ਗੋਪਾਲ। ਸਾਧ ਸੰਗਤ ਆਰਾਧੀਐ ਜੋੜੀ, ਜੁੜੀ ਖੜਾਮ ਪਰਾਣੀ। ਸੁਖ ਰਾਜੇ ਹਰੀ ਚੰਦ ਦੇ ਨਾਰ ਸੋ ਤਾਰਾ ਲੋਚਨ ਰਾਣੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਤੋ ਸਾਧ ਸੰਗਤ ਵਿੱਚ ਮਿਲ ਕੇ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਸਿਫਤ ਕਰਨੀ, ਸੰਗਤ ਵਿੱਚ ਜੁੜ ਕੇ ਵਾਹਿਗੁਰੂ ਵਿਧਾਤੇ ਦੀ ਉਪਮਾ ਕਰਨੀ। ਹਾਂਜੀ। ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਵਿਧਾਰਿਆਨ। ਜਿਹੜੇ ਸਾਧ ਸੰਗਤ ਵਿੱਚ ਜੁੜਦੇ ਹਨ ਭਾਈ, ਉਹ ਇਹ ਜਾਣ ਲੈਣ ਕਿ ਉਹਨਾਂ ਦੀ ਨਿੰਦਾ ਕਰਨ ਵਾਲੇ ਨਿੰਦਕਾਂ ਨੂੰ, ਸਾਕਤਾਂ ਤੇ ਦੁਰਜਨਾਂ ਨੂੰ, ਦੁਸ਼ਟਾਂ ਨੂੰ, ਜਿਹੜੇ ਵਿਕਾਰ ਦੁਸ਼ਟ ਹੋ ਕੇ ਦੁੱਖ ਦਿੰਦੇ ਨੇ, ਇਹਨਾਂ ਨੂੰ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਜੀ ਵਿਦਾਰ ਦਿੰਦੇ ਨੇ, ਦੂਰ ਕਰ ਦਿੰਦੇ ਨੇ। ਖਿਨ ਮਾਹੇ ਵਿਦਾ, ਇੱਕ ਖਿਨ ਵਿੱਚ ਇਹਨਾਂ ਨੂੰ ਦੂਰ ਕਰ ਦਿੰਦੇ ਨੇ, ਇੱਕ ਛਣ ਦੇ ਵਿੱਚ ਇਹਨਾਂ ਵਿਕਾਰਾਂ ਦਾ ਨਿਵਾਰਨ ਕਰ ਦਿੰਦੇ ਹਨ। ਤਿਸ ਸਾਹਿਬ ਕੀ ਟੇਕ ਨਾਨਕ ਮਨ ਮਾਹੇ। ਉਹ ਜਿਹੜਾ ਸਾਰੇ ਜਗਤ ਦਾ ਸਾਹਿਬ ਹੈ, ਜੋ ਸਾਰੇ ਜਗਤ ਦਾ ਮਾਲਕ ਹੈ, ਤਰਲੋਕੀ ਨਾਥ ਹੈ, ਉਹਦੀ ਟੇਕ ਮੇਰੇ ਮਨ ਵਿੱਚ ਹੈ, ਉਹਦਾ ਆਸਰਾ ਮੇਰੇ ਮਨ ਵਿੱਚ ਹੈ। ਤੇ ਸਾਹਿਬ ਕੀ ਟੇਕ
ਤਿਸ ਸਾਹਿਬ ਦੀ ਮੈਨੂੰ ਟੇਕ ਹੈ ਆਸਰਾ। ਆਪਣੇ ਮਨ ਵਿੱਚ ਨਾਨਕ ਮੰਨੈ ਮਾਹੀ, ਮੇਰੇ ਮਨ ਵਿੱਚ ਮੈਨੂੰ ਉਸ ਅਕਾਲ ਪੁਰਖ ਦੀ ਟੇਕ ਹੈ, ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਟੇਕ ਤੇ ਆਸਰਾ ਹੈ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਵਾਹਿਗੁਰੂ ਪਰਮੇਸ਼ਰ ਦਾ ਸਿਮਰਨ ਕਰੀਏ, ਜਿਸ ਸਿਮਰਤ ਸੁਖ ਹੋਏ, ਜਿਸ ਦਾ ਸਿਮਰਨ ਕੀਤਿਆਂ ਸੁਖ ਪ੍ਰਾਪਤ ਹੁੰਦਾ, ਸਗਲੇ ਦੁਖ ਜਾਹੇ, ਸਾਰੇ ਦੁੱਖ ਚਲੇ ਜਾਂਦੇ ਹਨ, ਸਾਰੇ ਦੁੱਖ ਨਿਰਵਿਰਤ ਹੋ ਜਾਂਦੇ ਹਨ। ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਕੱਟੇ ਜਾਂਦੇ ਨੇ, ਸਾਰੇ ਦੁੱਖ ਨਿਰਵਿਰਤ ਹੋ ਜਾਂਦੇ ਹਨ। ਜਿਸ ਸਿਮਰਤ ਸੁਖ ਹੋ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭ ਕੈ ਸਿਮਰਨ ਬਿਨ ਸੈ ਦੂਜਾ। ਦੂਜਾ ਭਾਉ ਪ੍ਰਭ ਸਿਮਰਤ ਕਛ ਬਿਘਨ ਨਾ ਲਾਗੈ। ਪ੍ਰਭ ਕੈ ਸਿਮਰਨ ਅਨ ਦਿਨ ਜਾਗੈ। ਇਹ ਸਿਮਰਨ ਦੀਆਂ ਹੀ ਬਰਕਤਾਂ ਨੇ। ਤਦੇ ਸਾਹਿਬ ਕਹਿੰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ। ਕਲ ਕਲੇਸ਼ ਤਨ ਮਾਹੇ ਮਿਟਾਵੋ। ਸਿਮਰੋ ਜਾਸ ਬਿਸੰਭਰ ਏਕੈ ਨਾਮ ਜਪਤ ਅਗਨਿਤ ਅਨ। ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪੁੱਛਿਆ ਜੀ ਸੁੱਖਾਂ ਦੀ ਮਣੀ ਕੀ ਹੈ? ਜਿੱਥੋਂ ਸਾਰੇ ਸੁੱਖ ਮਿਲਦੇ ਨੇ ਉਹ ਸੁੱਖਾਂ ਦੀ ਮਣੀ ਕਿਹੜੀ ਹੈ? ਤੇ ਪਾਤਸ਼ਾਹ ਕਹਿੰਦੇ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ। ਪਰਮੇਸ਼ਰ ਦਾ ਜਿਹੜਾ ਅੰਮ੍ਰਿਤ ਨਾਮ ਹੈ ਇਹੀ ਸੁਖ ਮਣੀ ਹੈ, ਇਹ ਸੁੱਖਾਂ ਦੀ ਮਣੀ ਹੈ। ਸੁਖ ਮਣੀ ਸੁਖ ਅੰਮ੍ਰਿਤ ਪ੍ਰਭ ਨਾਮ। ਭਗਤ ਜਨਾ ਕੈ ਮਨ ਬਿਸਰਾਮ। ਇਹ ਕਿੱਥੇ ਵਸਦੀ ਹੈ ਮਣੀ? ਇਹ ਰੱਬ ਦੇ ਪਿਆਰਿਆਂ ਭਗਤਾਂ ਦੇ ਹਿਰਦਿਆਂ ਵਿੱਚ ਟਿਕਾਣਾ ਰੱਖਦੀ। ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਜਿਸ ਦਾ ਸਿਮਰਨ ਕੀਤਿਆਂ ਸਾਰੇ ਹੀ ਸੁਖ ਪ੍ਰਾਪਤ ਹੁੰਦੇ ਨੇ ਔਰ ਸਾਰੇ ਹੀ ਦੁੱਖ ਦੂਰ ਹੋ ਜਾਂਦੇ ਹਨ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀਐ। ਪੌੜੀ ਪੰਜਵੇਂ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਦੇ ਨੇ, ਮੇਰਾ ਵਾਹਿਗੁਰੂ ਕੈਸਾ ਅਕੁਲ, ਉਹਦੀ ਕੋਈ ਕੁਲ ਨਹੀਂ। ਕਿ ਕਹੀਏ ਕਿ ਉਹ ਇਸ ਕੁਲ ਦਾ ਇਸ ਕੁਲ ਨਾਲ ਸੰਬੰਧਿਤ ਹੈ, ਉਹਦੀ ਕੋਈ ਕੁਲ ਨਹੀਂ। ਆ ਕੁਲ ਕੁੱਲਾਂ ਤੋਂ ਰਹਿਤ ਹੈ। ਸਾਰੀਆਂ ਕੁੱਲਾਂ ਉਹਦੇ ਤੋਂ ਪੈਦਾ ਹੋਈਆਂ ਪਰ ਉਹਦੀ ਆਪਣੀ ਕੋਈ ਕੁਲ ਨਹੀਂ। ਆ ਕੁਲ ਕੁੱਲਾਂ ਤੋਂ ਰਹਿਤ ਹੈ। ਕਈਆਂ ਨੂੰ ਆਪਣੀ ਕੁਲ ਦਾ ਬੜਾ ਮਾਣ ਹੁੰਦਾ ਵੀ ਸਾਡੀ ਫਲਾਣੀ ਕੁਲ ਆ ਬੜੀ ਸ੍ਰੇਸ਼ਟ। ਠੀਕ ਹੈ, ਤੇਰੀ ਕੁਲ ਦੇ ਵਿੱਚ ਸ੍ਰੇਸ਼ਟ ਵਿਅਕਤੀ ਹੋਏ ਹੋਣਗੇ, ਤੂੰ ਉਹਦਾ ਮਾਣ ਕਰਦਾ ਹੈ। ਤੂੰ ਆਪ ਵੇਖ ਕੇ ਤੂੰ ਕਿੰਨਾ ਕੁ ਸ੍ਰੇਸ਼ਟ ਤੇ ਸਰਵੋਤਮ ਹੈ। ਕਿਤੇ ਤੇਰੀ ਕੁਲ ਦੇ ਵਿੱਚ ਜਿਹੜੇ ਚੰਗੇ ਚੰਗੇ ਵਿਅਕਤੀ ਹੋਏ ਨੇ, ਉਸ ਕੁਲ 'ਚ ਜਨਮ ਲੈ ਕੇ ਉਸ ਕੁਲ ਨੂੰ ਕਲੰਕ ਬਣ ਕੇ ਤਾਂ ਨਹੀਂ ਜੰਮਿਆ ਹੋਇਆ ਉਸ ਕੁਲ 'ਚ। ਇਸ ਕਰਕੇ ਕੁੱਲਾਂ ਦਾ ਮਾਣ ਕਾਹਦਾ ਕਰਨਾ ਹੋਇਆ? ਉਹ ਜੋ ਚੰਗੇ ਜਿਹੜਾ ਕਰ ਗਏ ਉਹ ਆਪਣਾ ਆਪ ਸਵਾਰ ਗਏ। ਉਹਨਾਂ ਦੇ ਸਵਾਰੇ ਆਪਣੇ ਆਪ ਦਾ ਤੈਨੂੰ ਕੀ ਲਾਭ? ਜਿਹੜੇ ਪਹਿਲਾਂ ਹੋ ਗਏ ਆਪਣਾ ਆਪ ਸਵਾਰ ਕੇ ਚਲੇ ਗਏ, ਤੈਨੂੰ ਤਾਂ ਉਹੀ ਲਾਭ ਹੈ ਜੋ ਤੂੰ ਇਸ ਮਨੁੱਖੀ ਜਾਮੇ ਦੇ ਵਿੱਚ ਆਪਣਾ ਆਪ ਸਵਾਰੇ। ਪਰਮੇਸ਼ਰ ਅਕੁਲ ਹੈ, ਅਕੁਲ ਨਿਰੰਜਨ, ਮਾਇਆ ਦੀ ਕਾਲਖ ਤੋਂ ਨਿਰ ਰਹਿਤ ਹੈ। ਉਹਨੂੰ ਮਾਇਆ ਦੀ ਕਾਲਖ ਨਹੀਂ ਵਿਆਪਦੀ। ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ, ਅਗੰਮ ਅਪਹੁੰਚ ਹੈ, ਅਪਾਰੀਐ ਪਾਰਾਵਾਰ ਤੋਂ ਰਹਿਤ ਹੈ। ਉਹਦਾ ਨਾ ਉਰਾਰਲਾ ਪਾਸਾ ਦਿਸਦਾ ਨਾ ਪਾਰਲਾ ਪਾਸਾ ਦਿਸਦਾ ਹੈ, ਯਾਨੀ ਕਿ ਉਰਾਰ ਪਾਰ ਤੋਂ ਰਹਿਤ ਹੈ।
ਸੱਚੋ ਸੱਚਾ ਸੱਚ ਸੱਚ ਨਿਹਾਰੀਐ। ਤਿੰਨਾਂ ਕਾਲਾਂ ਵਿੱਚ ਜੋ ਪਹਿਲਾਂ ਵੀ ਸੱਚ ਸੀ, ਹੁਣ ਵੀ ਸੱਚ ਹੈ, ਅੱਗੇ ਨੂੰ ਵੀ ਸੱਚ ਹੈ। ਹੇ ਭਾਈ, ਸੱਚ ਨਿਹਾਰੀਐ, ਨਿਸ਼ਚੇ ਕਰਕੇ ਉਸ ਨੂੰ ਵੇਖ, ਨਿਸ਼ਚਾ ਕਰਕੇ ਵੇਖ, ਕਿਉਂਕਿ ਜੇ ਨਿਸ਼ਚਾ ਨਹੀਂ ਫਿਰ ਨਹੀਂ ਦਿਸਣਾ। ਨਿਸ਼ਚਾ ਕਰਕੇ ਵੇਖ, ਪਹਿਲਾਂ ਵੀ ਉਹੀ ਸੱਚ ਸੀ, ਹੁਣ ਵੀ ਸੱਚ ਹੈ, ਤੇ ਅੱਗੇ ਨੂੰ ਵੀ ਉਸੇ ਨੇ ਸੱਚ ਰਹਿਣਾ ਹੈ। ਕੂੜ ਨ ਜਾਪੈ ਕਿਛ ਤੇਰੀ ਧਾਰੀਐ। ਇਹ ਸਾਰੀ ਕੁਦਰਤ, ਸਾਰੀ ਸ੍ਰਿਸ਼ਟੀ ਤੇਰੇ ਆਸ਼ਰਿਤ ਹੈ। ਹੇ ਵਾਹਿਗੁਰੂ, ਮੈਨੂੰ ਤਾਂ ਇਹ ਵੀ ਝੂਠੀ ਨਹੀਂ ਲੱਗਦੀ, ਇਹ ਵੀ ਕੂੜ ਨਹੀਂ ਲੱਗਦਾ, ਕਿਉਂਕਿ ਇਹ ਤੇਰਾ ਬਣਾਇਆ ਸਾਰਾ ਪਸਾਰਾ, ਇਹਦਾ ਆਸਰਾ ਤੂੰ ਹੈ। ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ, ਸੱਚਿਆ ਇਹ ਖੰਡ ਵੀ ਤੇਰੇ ਨੇ, ਸੱਚਿਆ ਇਹ ਬ੍ਰਹਮੰਡ ਵੀ ਤੇਰੇ ਨੇ। ਮੈਨੂੰ ਤਾਂ ਕੋਈ ਝੂਠ ਨਹੀਂ ਜਾਪਦਾ। ਤੂੰ ਇਹਦੇ ਵਿੱਚ ਕਲਾ ਧਾਰਨ ਕਰਕੇ ਸਾਰਿਆਂ ਦਾ ਆਸਰਾ ਬਣਿਆ ਹੋਇਆ, ਤੇ ਜਿਸ ਦਾ ਆਸਰਾ ਤੂੰ ਹੈ ਉਹ ਕਿਵੇਂ ਝੂਠ ਹੋਵੇ, ਉਹ ਤਾਂ ਸੱਚ ਹੈ। ਯਾਨੀ ਕਿ ਤੂੰ ਆਸਰਾ ਤਾਂ ਤੇਰੇ ਕਰਕੇ ਸੱਚ ਹੈ। ਜੇ ਤੂੰ ਨਹੀਂ ਦਿਸਦਾ ਤੇ ਫਿਰ ਕੂੜ ਰਾਜਾ ਕੂੜ ਪਰਜਾ, ਫਿਰ ਤਾਂ ਸਭ ਕੁਝ ਝੂਠ ਹੀ ਹੈ। ਤੂੰ ਦਿਸੇ ਵਿੱਚ ਤੇ ਫਿਰ ਸਭ ਕੁਝ ਸੱਚ ਹੈ। ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਜੋ ਸੱਚ ਦਿਸੇ ਤੇ ਫਿਰ ਇਹ ਜਗਤ ਸੱਚੇ ਦੀ ਕੋਠੜੀ, ਸੱਚਾ ਇਹਦੇ ਚ ਵਸਦਾ ਦਿਸਦਾ। ਜੋ ਸੱਚ ਸਰੂਪ ਨਹੀਂ ਦਿਸਦਾ ਫਿਰ ਕੂੜ ਰਾਜਾ ਕੂੜ ਪਰਜਾ। ਹਾਂਜੀ, ਸਭ ਸੈ ਦੇ ਦਾਤਾਰ ਜੇਤ ਉਪਾਰੀਐ। ਸੰਸਾਰ ਦੇ ਜਿਤਨੇ ਵੀ ਜੀਵ ਵਾਹਿਗੁਰੂ ਜੀ ਤੁਸੀਂ ਉਪਾਰੀਐ ਪੈਦਾ ਕੀਤੇ ਨੇ, ਸਭ ਨੂੰ ਦਾਤਾਂ ਦੇਣ ਵਾਲੇ ਦਾਤਾਰ ਜੀ ਤੁਸੀਂ। ਸਭ ਸੈ ਦੇ ਦਾਤਾਰ, ਸਭ ਨੂੰ ਦਾਤਾਂ ਦੇਣ ਵਾਲੇ ਦਾਤਾਰ। ਹੇ ਸੁਆਮੀ ਜੀ, ਹੇ ਨਿਰੰਕਾਰ ਜੀ, ਤੁਸੀਂ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲੇ ਦਾਤਾਰ ਤੁਸੀਂ ਹੋ। ਇਕਤ ਸੂਤ ਪਰੋਏ ਜੋਤ ਸੰਜਾਰੀਐ। ਮੇਰੇ ਸਾਹਿਬ ਦੀ ਇੱਕੋ ਜੋਤ ਸਾਰਿਆਂ ਵਿੱਚ ਸੂਤਰ ਵਾਂਗੂ ਪਰੋਈ ਹੋਈ ਹੈ। ਜਿਵੇਂ ਸੈਂਕੜੇ ਮਣਕਿਆਂ ਵਿੱਚ ਇੱਕੋ ਧਾਗਾ ਉਹਨਾਂ ਸਾਰਿਆਂ ਨੂੰ ਪਰੋ ਕੇ ਇਕੱਠਿਆਂ ਕਰ ਦਿੰਦਾ ਹੈ, ਤੈਸੇ ਅਰਬਾਂ ਖਰਬਾਂ ਸਾਰੇ ਜੀਵਾਂ ਵਿੱਚ ਇੱਕ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਜੋਤ ਸੰਜਾਰੀਆ ਦਾ ਮਤਲਬ ਹੁੰਦਾ ਹੈ ਰਮੀ ਹੋਈ ਹੈ। ਸੂਤਰ ਵਾਂਗੂ ਸਾਰਿਆਂ ਵਿੱਚ ਮੇਰਾ ਮਾਲਕ ਪਰੋਇਆ ਹੋਇਆ। ਹੁਕਮੇ ਭਵ ਜਲ ਮੰਜ ਹੁਕਮੇ ਤਾਰੀਐ। ਉਹਦੇ ਹੁਕਮ 'ਚ ਜੀਵੇ ਸੰਸਾਰ ਦੇ ਵਿੱਚ ਜੰਮਦੇ ਨੇ, ਮਰਦੇ ਨੇ, ਜੰਮਦੇ ਨੇ, ਮਰਦੇ ਨੇ। ਉਹਦੇ ਹੁਕਮ ਦੇ ਵਿੱਚ ਹੀ ਜੀਵੇ ਸੰਸਾਰ ਤੋਂ ਤਰਦੇ ਨੇ। ਹੁਕਮ ਨਾਲ ਹੀ ਇਸ ਭਵਜਲ 'ਚ ਡੁੱਬਦੇ ਨੇ ਲੋਕ, ਉਹਦੇ ਹੁਕਮ ਨਾਲ ਹੀ ਇਹ ਸੰਸਾਰ ਤੋਂ ਤਾਰੇ ਜਾਂਦੇ ਹਨ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ। ਮੇਰੇ ਉਸ ਪ੍ਰਭੂ ਨੂੰ, ਅਕਾਲ ਪੁਰਖ ਨੂੰ ਉਹੀ ਧਿਆਉਂਦੇ ਹਨ। ਹੇ ਵਾਹਿਗੁਰੂ, ਤੈਨੂੰ ਉਹੀ ਧਿਆਉਂਦੇ ਹਨ ਜਿਨ੍ਹਾਂ ਦੇ ਮੱਥੇ ਤੇ ਭਾਗ ਚੰਗੇ ਨੇ। ਜਿਸ ਭਾਗ ਮਥਾਰੀਐ, ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਸ੍ਰੇਸ਼ਟ, ਉਹੀ ਮਹਾਰਾਜ ਜੀ ਤੁਹਾਨੂੰ ਆਰਾਧਦੇ ਹਨ, ਤੁਹਾਨੂੰ ਉਹੀ ਧਿਆਉਂਦੇ ਹਨ। ਤੇਰੀ ਗਤ ਮਿਤ ਲਖੀ ਨਾ ਜਾਏ ਹਾਂ ਤੁਧ ਬਲਹਾਰੀਐ। ਹੇ ਮੇਰੇ ਵਾਹਿਗੁਰੂ, ਤੇਰੀ ਗਤ ਮਿਤ ਲਖੀ ਨਹੀਂ ਜਾਂਦੀ। ਹਾਂ ਤੁਧ ਬਲਿਹਾਰੀਐ। ਮਹਾਰਾਜ, ਮੈਂ ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ, ਮੈਂ ਤੁਹਾਡੇ ਤੋਂ ਵਾਰੇ ਵਾਰੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਤੁਹਾਡੇ ਤੋਂ ਬਲਿਹਾਰ ਜਾਂਦਾ ਹਾਂ। ਸਾਹਿਬ ਜੀ ਕਿਰਪਾ ਕਰਨ, ਪਵਿੱਤਰ ਪਾਵਨ ਗੁਰਬਾਣੀ ਦੀ ਪਾਵਨ ਵਿਚਾਰ
ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਵੇ। ਸਾਡਾ ਗਾਵਿਆ